श्री अर्जन विघ्नन के नाशक विघ्नन के नाशक हर गोबिंद शुभ सुमत प्रकाशक श्री हर राय जी नमो कर जोरी नमो कर जोरी श्री हर कृष्ण मनावों बहोरी। गुरु तेग बहादुर साहिब जी परम कृपाला जी परम कृपाला। श्री गुरु गोबिंद सिंह विशाला भरों भरा पर पुन पुन सीसा जी पुन पुन सीसा बंदों बार बार जगदीशा। जा मैं अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एकंकारा सतगुरु ते प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। जय डिठे मन तीरिए किल विख वंजन दूरे। सो क्यों विसरै माओ मैं जो रहया भरपूरे। सो क्यों विसरै माओ मैं जो रहया भरपूरे। जिसमें अमृत ज्ञान है माणक भगत विराग। श्री गुरु ग्रंथ साहिब उदद बंदों कर अनुराग। श्री गुरु ग्रंथ साहिब उदद बंदों कर अनुराग। सतनाम श्री वाहिगुरु साहिब जी। वाह वाह। तब सतगुर उठ बाहर आए। वाह धरनी धरनी धीर सिखाए। हर एक शोक को ले सुनारि दे। तन हंता उत्पत नह कदे। परम सन्मान आवर साहिब कमाल बारगाहे इनायत के मालक कलयुगी जीवों के उद्धार करता साहिबे सहाबा जोत रूप हर आप महिमा दे मालक धन धन गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान
ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ ਤੇ ਮਿਹਰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ। ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ, ਇਹ ਸ਼ਾਮ ਅਜੀਜ਼ੁਲ ਨਵਾਜ਼ ਗਨੀਮੁਲ ਖਰਾਜ਼ ਕਾਦਰੇ ਹਰ ਕਾਰ ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁਬਾਰਕ ਚਰਨ ਕਮਲਾਂ 'ਚ ਪ੍ਰਾਪਤ ਹੋਇਆ। ਜਾਂ ਇਸ ਤਰ੍ਹਾਂ ਆਖੀਏ ਕਿ ਸੁਭਾਗ ਇੱਕ ਵਾਰੀ ਫਿਰ ਤੋਂ ਸਾਨੂੰ ਨਸੀਬ ਹੋਇਆ ਜੋ ਸਾਹਿਬ ਜੀ ਦੇ ਅੰਮ੍ਰਿਤਮਈ ਅਸਥਾਨ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਾਵ ਲਿਓ। ਕਰੋੜਾਂ ਯੁੱਗਾਂ ਦੀ ਤਪੱਸਿਆ ਦਾ ਜਿੱਥੇ ਫਲ ਹੋਵੇ, ਉੱਥੇ ਮਹਾਰਾਜ ਜੀ ਦੇ ਚਰਨਾਂ ਦੀ ਹਾਜ਼ਰੀ ਪ੍ਰਾਪਤ ਹੋਣਾ, ਇਹ ਬਹੁਤ ਵੱਡੀ ਇਨਾਇਤ ਹੈ, ਮਿਹਰਮਤ ਹੈ। ਅਸੀਂ ਸਾਰੇ ਖੁਸ਼ਕਿਸਮਤ ਹਾਂ ਜਿਨ੍ਹਾਂ ਦੀ ਝੋਲੀ 'ਚ ਤਰੁੱਠ ਕੇ ਸਾਹਿਬ ਜੀ ਨੇ ਪਾਇਆ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਸੋਦਰ ਚੌਂਕੀ ਦੇ ਕੀਰਤਨ, ਰਹਿਰਾਸ, ਆਰਤੀ, ਆਰਤਾ, ਅਰਦਾਸਾਂ ਤੇ ਹੁਕਮਨਾਮੇ ਆਪ ਨੇ ਝੋਲੀ 'ਚ ਪਵਾਏ ਹਨ। ਕੁਝ ਸਮਾਂ ਹੋਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅਦਵਿਤੀय ਸ਼ਹਾਦਤ, ਉਹਨਾਂ ਨੇ ਜੋ ਕਸ਼ਟ ਸਹਾਰੇ ਉਹ ਬਹੁਤ ਵੱਡੇ ਹਨ। ਪਰ ਜਿਸ ਤਰ੍ਹਾਂ ਉਹਨਾਂ ਨੇ ਧੀਰਜ ਦਾ ਪ੍ਰਗਟਾਵਾ ਕੀਤਾ, ਉਹ ਧੀਰਜ ਵੀ ਸਭ ਤੋਂ ਵੱਡੀ ਹੈ। ਉਹ ਮਹਾਨ ਯਾਦ ਨਾਲ ਜੁੜ ਸਕੀਏ, ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜੋ, ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸੀਸ 'ਤੇ ਰੱਖਿਆ ਹੋਇਆ। ਸਾਹਿਬ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਇਤਨਾ ਆਪਨੇ ਸਰਵਣ ਕੀਤਾ ਕਿ ਪਾਤਕੀ ਚੰਦੂ ਦੀਵਾਨ ਆਪਣੇ ਹੰਕਾਰ ਦਾ ਪ੍ਰਗਟਾਵਾ ਕਰ ਰਿਹਾ ਔਰ ਬਾਰ-ਬਾਰ ਕਹਿੰਦਾ, ਤੁਸੀਂ ਮੈਨੂੰ ਕੁੱਤਾ ਕਿਹਾ, ਕੁੱਤਾ ਕਿਹਾ, ਜਦ ਕਿ ਮਹਾਰਾਜ ਜੀ ਨੇ ਆਪਣੀ ਜ਼ਬਾਨ ਤੋਂ ਐਸਾ ਨਹੀਂ ਆਖਿਆ। ਪਰ ਮਹਾਰਾਜ ਨੇ ਫਿਰ ਵੀ ਕਿਹਾ ਬਈ ਜੇ ਤੈਨੂੰ ਲੱਗਦਾ ਹੈ ਐਸਾ, ਹੋ ਸਕਦਾ ਹੈ ਕਿਸੇ ਸਿੱਖ ਨੇ ਆਖਿਆ ਹੋਵੇ, ਪਰ ਸਾਡੇ ਵਿੱਚ ਤੇ ਸਾਡੇ ਸਿੱਖਾਂ 'ਚ ਫਰਕ ਕੋਈ ਨਹੀਂ। ਇਸ ਨੇ ਪਹਿਲੇ ਉਬਲਦੀ ਹੋਈ ਦੇਗ ਵਿੱਚ ਮਹਾਰਾਜ ਨੂੰ ਬਿਠਾਇਆ ਤੇ ਫਿਰ ਰੇਤ ਮੰਗਵਾਈ ਭੱਠ ਤੋਂ ਤੇ ਉਸ ਨੂੰ ਬਹੁਤ ਭਿਆਨਕਤਾ ਨਾਲ ਤਪਾਇਆ ਗਿਆ। ਉਸ ਵਿੱਚੋਂ ਲੰਬ ਨਿਕਲਣ ਲੱਗ ਪਈ। ਉਸ ਤੇ ਮਹਾਰਾਜ ਜੀ ਨੂੰ ਬਿਠਾਉਣਾ ਚਾਹੁੰਦਾ ਹੈ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਿੱਥੇ ਬੈਠੇ ਹੋਏ ਸੀ, ਜਿਸ ਕੋਠੜੀ 'ਚ ਇਸ ਨੇ ਪਾਇਆ ਹੋਇਆ ਸੀ, ਉੱਥੋਂ ਆਪ ਉੱਠ ਕੇ ਬਾਹਰ ਆਏ ਹਨ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਲਿਖਣ ਮੁਤਾਬਕ ਤਬ ਸਤਿਗੁਰ ਉਠ ਬਾਹਰ ਆਏ, ਧਰਨੀ ਧਰਨੀ ਧੀਰ ਸਿਖਾਏ। ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਨੇ ਧਰਤੀ ਨੂੰ ਧੀਰਜ ਵਿੱਚ ਰਹਿਣਾ ਸਿਖਾਇਆ। ਭਾਵ ਜਿਤਨੇ ਬ੍ਰਹਿਮੰਡਾਂ ਦਾ ਤਾਲਮੇਲ ਹੈ, ਗੁਰੂ ਤਵਾ ਕਰਸ਼ਣ ਹੈ, ਜਿਸ ਨੂੰ ਗ੍ਰੈਵਿਟੀ ਕਹਿੰਦੇ ਨੇ, ਜਿਸ ਕਰਕੇ ਸਾਰੇ ਗ੍ਰਹਿ ਨਕਸ਼ਤਰ ਆਪਣੇ ਸਰਕਲ ਵਿੱਚ, ਆਪਣੀ ਕਕਸ਼ਾ ਵਿੱਚ ਬੜੀ ਧੀਰਜ ਨਾਲ ਚੱਲਦੇ ਹੋਏ ਦਿਖਾਈ ਪੈਂਦੇ ਨੇ। ਕੋਈ ਕਿਸੇ ਨਾਲ ਟਕਰਾ ਨਹੀਂ ਰਿਹਾ। ਭਾਈ ਸਾਹਿਬ ਲਿਖਦੇ ਨੇ, ਇਹ ਧੀਰਜ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਕੋਲੋਂ ਇਹਨਾਂ ਨੇ ਸਿੱਖੀ ਹੋਵੇ। ਇਤਨੀ ਧੀਰਜ ਦੇ ਮਾਲਕ ਹਨ ਗੁਰੂ ਅਰਜਨ ਦੇਵ ਮਹਾਰਾਜ। ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨ ਵੀ ਆਪ ਪ੍ਰੇਮ ਸਹਿਤ ਪੜ੍ਹਦੇ ਹੋ। ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰ ਹੈ। ਜੇ ਕੋਈ ਮਨੁੱਖ ਆਪਣੇ ਹਿਰਦੇ ਨੂੰ ਧੀਰਜ ਦਾ ਘਰ ਬਣਾ ਲਏ, ਧੀਰਜ ਦਾ ਧਾਮ ਬਣਾ ਲਏ, ਤੇ ਉਸ ਦੀ ਮੱਤ ਦੀਪਕ ਵਾਂਗੂ ਪ੍ਰਜਵਲਿਤ ਹੋ ਜਾਂਦੀ। ਤੇ ਜਿਹੜੇ ਖੁਦ ਧੀਰਜ ਦੇ ਸਾਗਰ ਹੋਵਣ, ਅਨੰਤ ਬ੍ਰਹਿਮੰਡ ਜਿਨ੍ਹਾਂ ਕੋਲੋਂ ਧੀਰਜ ਧਾਰਨ ਕਰਦੇ ਹੋਵਣ, ਉਹਨਾਂ ਦੇ ਬੋਲ, ਉਹਨਾਂ ਦੇ ਫੈਸਲੇ, ਉਹਨਾਂ ਦੀ ਵਿਚਾਰ, ਉਸ ਦਾ ਮੁਕਾਬਲਾ ਅਨੰਤ ਬ੍ਰਹਿਮੰਡਾਂ 'ਚ ਹੋਰ ਨਹੀਂ ਕੋਈ ਕਰ ਸਕਦਾ। ਜਿੱਥੇ ਦੁਨੀਆ ਦੇ ਲੋਕ ਇਸ ਸ਼ਹਾਦਤ ਨੂੰ ਦੇਖ ਕੇ ਹੈਰਾਨ ਕੁਨ ਅਵਸਥਾ 'ਚ ਪਹੁੰਚਦੇ ਨੇ, ਸਿੱਖ ਇਸ ਸ਼ਹਾਦਤ ਨੂੰ ਸਜਦਾ ਕਰਦਿਆਂ ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚਦਾ, ਗੁਰੂ ਨਾਲ ਜੁੜ ਜਾਂਦਾ ਹੈ। ਅੱਗੇ ਸਰਵਣ ਕਰੀਏ। ਹਾਂਜੀ। ਹਰਿਕ ਤਬ ਸਤਿਗੁਰ ਉਠ ਬਾਹਰ ਆਏ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਸ ਕੋਠੜੀ 'ਚ ਰੱਖਿਆ ਸੀ, ਉੱਥੋਂ ਉੱਠ ਕੇ ਆਪ ਮੁਸਕਰਾਉਂਦੇ ਹੋਏ ਬਾਹਰ ਆਏ ਹਨ। ਧਰਨੀ ਧਰਨੀ ਧੀਰ ਸਿਖਾਏ। ਜਿਨ੍ਹਾਂ ਨੇ ਧਰਤੀ ਆਦਿਕ ਗ੍ਰਹਿ ਨਕਸ਼ਤਰਾਂ ਨੂੰ ਧੀਰਜ ਵਿੱਚ ਰਹਿਣਾ ਸਿਖਾਇਆ ਹੈ। ਭਾਵ ਜੋ ਧੀਰਜ ਦੇ ਉਸਤਾਦ ਹਨ ਤੇ ਧੈਰਯ ਜਿਨ੍ਹਾਂ ਦਾ ਅਮਿਤ ਅਤੋਲ ਹੈ। ਹਰਖ ਸੋਕ ਕੋ ਲੈ ਸੁਨਾਰੀ ਦੇ। ਉਹਨਾਂ ਦੇ ਹਿਰਦੇ ਵਿੱਚ ਗਮੀ ਖੁਸ਼ੀ ਦਾ ਕੋਈ ਲੇਸ ਮਾਤਰ ਵੀ ਨਹੀਂ। ਗਮੀ ਖੁਸ਼ੀ ਦਾ ਲੇਸ ਕਿਹਨਾਂ ਤੇ ਆਉਂਦਾ ਹੈ? ਜੋ ਗਮੀ 'ਚ ਆ ਕੇ ਵੀ ਪਰਮਾਤਮਾ ਨੂੰ ਭੁੱਲ ਜਾਵਣ ਤੇ ਖੁਸ਼ੀ ਵਿੱਚ ਆ ਕੇ ਵੀ ਭੁੱਲ ਜਾਣ। ਬੜੇ ਲੋਕ ਨੇ ਥੋੜ੍ਹਾ ਜਿਹਾ ਦੁੱਖ ਆਇਆ ਤਾਂ ਵੀ ਭੁੱਲ ਗਏ, ਆਖਣ ਲੱਗ ਪਏ ਰੱਬ ਨੇ ਸਾਨੂੰ ਦਿੱਤਾ ਹੀ ਕੀ ਹੈ, ਅਸੀਂ ਰੱਬ ਦਾ ਵਿਗਾੜਿਆ ਹੀ ਕੀ। ਤੇ ਜੇ ਥੋੜ੍ਹੀ ਜਿਹੀ ਖੁਸ਼ੀ ਆਈ ਤੇ ਨਸ਼ਿਆਂ ਵਿੱਚ ਚਲੇ ਗਏ ਤੇ ਫਿਰ ਆਪ ਹੁਦਰੀਆਂ ਕਰਨ ਲੱਗ ਪਏ। ਨਾ ਅੰਮ੍ਰਿਤ ਵੇਲਾ ਰਿਹਾ, ਨਾ ਨਿਤਨੇਮ ਰਿਹਾ। ਖੁਸ਼ੀ ਤੇ ਗਮੀ ਦਾ ਲੇਪ ਤੋਂ ਮੁਰਾਦ, ਨਾ ਹੋਣ ਤੋਂ ਮੁਰਾਦ ਇਹ ਹੈ ਕਿ ਕਿਸੇ ਵੀ ਹਾਲਤ ਵਿੱਚ ਜੋ ਹਿਰਦਾ ਹਰੀ ਤੋਂ ਦੂਰ ਨਹੀਂ ਹੁੰਦਾ, ਉਸ ਨੂੰ ਹਰਖ ਸੋਖ ਦਾ ਲੇਸ ਮਾਤਰ ਨਹੀਂ ਹੈ, ਐਸਾ ਆਖਿਆ ਜਾ ਸਕਦਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬੋਲ ਨੇ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨ। ਇਸ ਤਰ੍ਹਾਂ ਦਾ ਹਿਰਦਾ ਰੂਹੇ ਜ਼ਮੀਨ ਤੇ ਅਗਰ ਕੋਈ ਦਿਖਾਈ ਪਿਆ ਤੇ ਉਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਹੀ ਦਿਖਾਈ ਪਏ ਹਨ। ਤਨ ਹੰਤਾ ਉਤਪਤ ਨਹਿ ਕਦੇ। ਕਦੀ ਉਹਨਾਂ ਦੇ ਹਿਰਦੇ ਵਿੱਚ ਹੰਕਾਰ ਤੇ ਪੈਦਾ ਹੋਇਆ ਹੀ ਨਹੀਂ। ਸਦਾ ਮਹਾਨਤਾ ਤੇ ਨਿਰਮਾਣਤਾ
ਇਹ ਸੁਮੇਲ ਹੀ ਦੇਖਣ ਨੂੰ ਮਿਲਿਆ ਹੈ। ਜਸ ਅਵਸਥਾ ਹੋਏ ਬ੍ਰਹਮ ਗਿਆਨੀ। ਜਿਉ ਜਿਹੀ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ, ਭਾਵ ਬ੍ਰਹਮ ਗਿਆਨੀ ਦਾ ਹਿਰਦਾ ਕਿਹੋ ਜਿਹਾ ਹੁੰਦਾ ਹੈ, ਅਵਸਥਾ ਕਿਹੋ ਜਿਹੀ ਹੁੰਦੀ ਹੈ। ਜਗ ਮਹਿ ਜਨ ਜਨਾਏ ਵਿਦਮਾਨੀ। ਉਹ ਸੰਸਾਰ ਦੇ ਲੋਕਾਂ ਨੇ ਗਾ ਕੇ ਸੁਣਾਈ ਹੋਵੇਗੀ, ਕਵਿਤਾਵਾਂ ਲਿਖ ਕੇ ਕਹੀ ਹੋਵੇਗੀ, ਜਾਂ ਸਾਂਗ ਬਣਾ ਕੇ ਦੱਸਿਆ ਹੋਵੇਗਾ, ਡਰਾਮੇ ਕਰਕੇ, ਨਾਟਕ ਕਰਕੇ, ਪਰ ਸਹੀ ਮਾਅਨਿਆਂ 'ਚ ਬ੍ਰਹਮ ਗਿਆਨੀ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ, ਇਹ ਜੇ ਕਰਨੀ ਕਰਕੇ ਕਿਸੇ ਨੇ ਦੱਸਿਆ ਹੈ ਤੇ ਉਹ ਹੋਰ ਕੋਈ ਨਹੀਂ ਹੈ, ਉਹ ਕੇਵਲ ਤੇ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਮਹਾਰਾਜ। ਬ੍ਰਹਮ ਗਿਆਨੀ ਦੀ ਕਰਨੀ ਹੁੰਦੀ ਕੀ ਹੈ, ਹਰਕ ਸੋਗ ਤੇ ਰਹੇ ਨਿਆਰੋ ਅਵਸਥਾ ਹੁੰਦੀ ਕੀ ਹੈ, ਇਹ ਪ੍ਰਤੱਖ ਹਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਤਨ ਤੇ ਸਹਿ ਕੇ ਤੇ ਸ਼ਾਂਤ ਰਹਿ ਕੇ ਪ੍ਰਗਟਾਇਆ ਹੈ। ਭੂਖ ਨ ਪਿਆਸ ਨਾ ਮੁਖ ਮੁਰਝਾਇਆ। ਨਾ ਉਹਨਾਂ ਨੂੰ ਕੋਈ ਭੁੱਖ ਹੈ, ਨਾ ਪਿਆਸ ਹੈ, ਤੇ ਨਾ ਕੋਈ ਚਿਹਰਾ ਮੁਰਝਾਇਆ ਹੈ। ਦੇਗ ਵਿੱਚ ਉਬਾਲਿਆ ਗਿਆ, ਭੁੱਖੇ ਪਿਆਸੇ ਰੱਖਿਆ ਗਿਆ, ਤਨਹਾਈ ਦਿੱਤੀ ਗਈ ਹੈ, ਪਰ ਕੋਈ ਮੁਰਝਾਹਟ ਨਹੀਂ, ਖਿੜਿਆ ਹੋਇਆ ਹੈ, ਆਨੰਦਿਤ ਹੈ ਚਿਹਰਾ ਮਹਾਰਾਜ ਜੀ ਦਾ, ਮੁਸਕਰਾ ਰਹੇ ਹਨ। ਮਨ ਕੀ ਬ੍ਰਿਤ ਇਕ ਰਸ ਸੁਖ ਪਾਇਆ। ਬਸ ਇੱਕ ਰਸ, ਪਰਮ ਸੁਖ, ਪਰਮ ਆਨੰਦ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜੇ ਹੋਏ ਹਨ। ਹਾਂਜੀ। ਕਹਿਸ ਕਠੋਰ ਚੰਦੂ ਕੁਲ ਘਾਤੀ। ਆਪਣੀ ਕੁਲ ਦਾ ਘਾਤ ਕਰ ਰਿਹਾ ਚੰਦੂ, ਕਿਉਂਕਿ ਜਦੋਂ ਕੋਈ ਨਿਰਵੈਰ ਹਿਰਦਿਆਂ ਨਾਲ ਵੈਰ ਕਰਦਾ ਹੈ ਤੇ ਫਿਰ ਉਹ ਆਪਣਾ ਆਪ ਹੀ ਖਤਮ ਕਰ ਲੈਂਦਾ। ਪਾਰ ਬ੍ਰਹਮ ਪਰਮੇਸ਼ਰ ਦੀ ਨਿਰਵੈਰ ਸੱਤਾ ਹੈ, ਇੱਕ ਸ਼ਕਤੀ ਹੈ ਜਿਸ ਦਾ ਨਾਮ ਨਿਰਵੈਰਤਾ ਹੈ। ਜਿਸ ਹਿਰਦੇ ਵਿੱਚ ਵੈਰ ਹੁੰਦਾ ਹੈ, ਉਹ ਨਿਰਵੈਰ ਸ਼ਕਤੀ ਉਸ ਨਾਲ ਟਕਰਾ ਜਾਂਦੀ ਤੇ ਉਹ ਨੇਸਤੋ ਨਬੂਦ ਹੋ ਜਾਂਦਾ ਹੈ। ਨਿਰਵੈਰੈ ਸੰਗ ਵੈਰ ਰਚਾਏ, ਗੁਰ ਪਰਮੇਸ਼ਰ ਤਾਕੋ ਮਾਰੈ। ਪਰ ਦੁਨੀਆ ਦਾ ਸੁਭਾਅ ਹੈ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਦੁਰਾਚਾਰੀਆਂ ਨਾਲ, ਦੁਸ਼ਟਾਂ ਨਾਲ ਬੜੀ ਨੇੜਤਾ। ਹਮ ਨਿਵਾਲਾ ਹਮ ਪਿਆਲਾ ਹੁੰਦੇ ਪਏ, ਪਰ ਨਿਰਵੈਰ ਹਿਰਦਿਆਂ ਨਾਲ ਵੈਰ ਰਚਾਉਣਾ ਇਹ ਮਨਮੁਖਤਾਈ ਦੀ ਇੰਤਹਾ। ਇਹ ਜਿਹੜਾ ਦੁਸ਼ਟ ਹੈ ਕੁਲ ਘਾਤੀ, ਇਸ ਲਈ ਨਿਰਵੈਰ ਹਿਰਦਾ ਗੁਰੂ ਅਰਜਨ ਦੇਵ ਜੀ ਦਾ ਉਹਨਾਂ ਨਾਲ ਵੈਰ ਰਚਾ ਰਿਹਾ ਤੇ ਕਠੋਰ ਬਚਨ ਕਹਿ ਰਿਹਾ ਹੈ। ਇਨ ਕੀ ਨਸ ਛਾਤੀ ਮੁਝ ਤਾਤੀ। ਆਖਣ ਲੱਗਾ ਇਹਨਾਂ ਮੇਰੀ ਛਾਤੀ ਨੂੰ ਸਾੜ ਦਿੱਤਾ ਹੈ। ਥੋੜੀ ਜਿਹੀ ਗੱਲ ਤੇ ਹੀ ਕ੍ਰੋਧ ਆ ਜਾਏ ਤੇ ਫਿਰ ਸਮਝੋ ਜੇ ਸ਼ਾਂਤੀ ਦਾ ਤਲ ਦੂਰ ਹੈ, ਉੱਥੋਂ ਤੱਕ ਨਹੀਂ ਪਹੁੰਚਿਆ, ਹਾਲੇ ਸਕੂਨ ਪ੍ਰਾਪਤ ਨਹੀਂ ਹੋਇਆ। ਬੜਾ ਗੱਲਾਂ ਵਿੱਚ ਆ ਜਾਂਦਾ ਹੈ, ਬੜਾ ਵੈਰ ਵਿਰੋਧ ਵਿੱਚ ਆ ਜਾਂਦਾ ਹੈ। ਗੁਰਮੁਖ ਦਾ ਸੁਭਾਅ ਹੈ, ਗੁਰਮੁਖ ਵੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ। ਗੁਰਮੁਖ ਨਾ ਵੈਰ ਵਿਰੋਧ ਕਰਦਾ, ਨਾ ਕੋਈ ਚਿੰਤਾ ਪਰਵਾਹ ਕਰਦਾ, ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਕ ਸੁਆਮੀ। ਪਰ ਮਨਮੁਖ ਵੈਰ ਵੀ ਕਰਦਾ, ਮਨਮੁਖ ਚਿੰਤਾਵਾਂ ਵੀ ਕਰਦਾ, ਮਨਮੁਖ ਵਿਰੋਧ ਵੀ ਕਰਦਾ। ਇਹਦੇ ਬੋਲ ਹੀ ਦੱਸਦੇ ਨੇ ਕਿ ਇਹਦੇ ਹਿਰਦੇ ਦਾ ਤਲ ਕੀ ਹੈ, ਆਪਣੀ ਕੁਲ ਦਾ ਘਾਤ ਕਰਦਾ ਪਿਆ ਹੈ। ਤਿਮ ਅਬ ਤਪ ਤਾਵ ਉਤਪਾਤੀ। ਔਰ ਇਸ ਤਰ੍ਹਾਂ ਕਹਿੰਦਾ ਮੇਰੀ ਛਾਤੀ ਜਲਦੀ ਪਈ ਹੈ, ਜਿਸ ਤਰ੍ਹਾਂ ਮੇਰੀ ਛਾਤੀ ਜਲੀ ਹੈ ਉਸ ਤਰ੍ਹਾਂ ਮੈਂ ਇਹਨਾਂ ਨੂੰ ਜਲਾਣਾ, ਮੈਂ ਦੱਸਣਾ ਹੈ ਕਿ ਮੈਂ ਕੌਣ ਹਾਂ। ਇਸ ਤੇ ਪਰੇ ਨਾ ਅਪਰ ਅਰਾਤੀ। ਆਖਣ ਲੱਗਾ ਇਹਦੇ ਨਾਲੋਂ ਵੱਡਾ ਮੇਰਾ ਕੋਈ ਦੁਸ਼ਮਣ ਹੀ ਨਹੀਂ, ਐਨਾ ਇਹਨਾਂ ਨੂੰ ਸਜ਼ਾ ਦਿਓ
ਕਿ ਜਿਵੇਂ ਇਹਨਾਂ ਨਾਲੋਂ ਵੱਡਾ ਕੋਈ ਦੁਸ਼ਮਣ ਨਾ ਹੋਵੇ। ਦੁਸ਼ਮਣ ਕੀ ਹੈ? ਮਨ ਦਾ ਦੂਸ਼ਿਤਪਨ। ਹੁਣ ਮੈਨੂੰ ਇਸ ਗੱਲ 'ਤੇ ਹੈਰਾਨਗੀ ਹੁੰਦੀ ਹੈ ਵੀ ਹੇ ਚੰਦੂ, ਤੇਰਾ ਮਨ ਇੰਨਾ ਮੈਲਾ ਹੈ, ਪਤਾ ਨਹੀਂ ਕਿਤਨਾ ਮੈਲਾ, ਕਿ ਤੈਨੂੰ ਨਿਰਮਲ ਹਿਰਦਾ ਗੁਰੂ ਅਰਜਨ ਦੇਵ ਜੀ ਵੀ ਦੁਸ਼ਮਣ ਦਿਖਦੇ ਪਏ। ਇਹੋ ਜਿਹਾ ਮਨੁੱਖ ਮਿੱਤਰਤਾਈ ਦਾ ਆਨੰਦ ਨਹੀਂ ਮਾਣ ਸਕਦਾ। ਇੱਕ ਮੈਂ ਹੋਰ ਖੁਲਾਸਾ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਵੀ ਇਹ ਵੀ ਨਾ ਕਿਤੇ ਸੋਚ ਲੈਣਾ ਵੀ ਜਿਸ ਕੋਲ 10-20 ਬੰਦੇ ਆ ਕੇ ਬੈਠਦੇ ਨੇ, ਬੜੀਆਂ ਗੱਲਾਂ ਕਰਦੇ ਨੇ, ਬੜੇ ਮਿਲਦੇ ਜੁਲਦੇ ਨੇ, ਉਹਦੇ ਕੋਈ ਮਿੱਤਰ ਹੈਗੇ ਬਈ ਉਹ ਮਿੱਤਰ ਬਣ ਜਾਣਗੇ। ਨਹੀਂ, ਜਿਤਨੀ ਦੇਰ ਹਿਰਦਾ ਨਾਮ ਨਾਲ ਨਹੀਂ ਜੁੜਿਆ, ਮਿੱਤਰਤਾਈ ਦਾ ਸਵਾਦ ਕੀ ਹੈ ਇਹ ਮਨੁੱਖ ਨੂੰ ਮਿਲ ਹੀ ਨਹੀਂ ਸਕਦਾ। ਜਿਵੇਂ ਤਾਪ ਚੜ੍ਹਿਆ ਹੋਵੇ, ਤੇਜ਼ ਬੁਖਾਰ ਹੋਵੇ, ਤੇ ਪਦਾਰਥ ਦਾ ਸਵਾਦ ਕੀ ਹੈ? ਉਹਦੀ ਜ਼ੁਬਾਨ ਨੂੰ ਕੌੜਾ ਹੀ ਲੱਗਦਾ, ਉਹਨੂੰ ਮਿੱਠਾ ਨਹੀਂ ਲੱਗਦਾ। ਮਿੱਤਰਤਾਈ ਹੈ ਕੀ ਹੈ? ਮਿੱਤਰਤਾਈ ਦਾ ਰਸ ਕੀ ਹੈ? ਮਿੱਤਰਤਾਈ ਦੀ ਬੁਲੰਦੀ ਕੀ ਹੈ? ਜਿਹੜਾ ਨਾਮ ਨਾਲ ਨਹੀਂ ਜੁੜਿਆ ਉਹਨੂੰ ਨਹੀਂ ਪਤਾ ਚੱਲਦਾ। ਉਹ ਮਿੱਤਰਾਂ ਨੂੰ ਵੀ ਦੁਸ਼ਮਣ ਸਮਝਦਾ, ਪਰ ਜਿਹੜਾ ਨਾਮ ਨਾਲ ਜੁੜਿਆ ਉਹ ਫਿਰ ਸਾਰੇ ਦੁਸ਼ਮਣ ਵੀ ਹੋਣ ਤੇ ਉਹਨਾਂ ਨੂੰ ਵੀ ਮਿੱਤਰ ਸਮਝਦਾ। ਗੁਰੂ ਐਸੀ ਅਵਸਥਾ ਕਿਤੇ ਦੇ ਦੇਵੇ ਕਿਸੇ ਨੂੰ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਾ। ਸੰਤ ਦਾ ਤੇ ਦੁਸ਼ਟ ਦਾ ਹਿਰਦਾ ਦੇਖਣਾ ਹੋਵੇ, ਪਛਾਣੀਏ। ਜਿੱਥੇ ਦੁਸ਼ਟ ਨੂੰ ਕੋਈ ਮਿੱਤਰ ਨਜ਼ਰ ਨਹੀਂ ਆਉਂਦਾ, ਉੱਥੇ ਸੰਤ ਨੂੰ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ। ਸੰਤ ਨੂੰ ਨਜ਼ਰ ਇਹ ਆਉਂਦਾ ਹੈ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਅਗਰ ਦੁਨੀਆ ਤੇ ਇਸ ਧਰਤੀ ਦੇ ਤਖਤਾ-ਏ ਜ਼ਮੀਨ ਤੇ ਅਗਰ ਮਿੱਤਰਤਾਈ ਦਾ ਆਨੰਦ ਕਿਸੇ ਨੇ ਮਾਣਿਆ ਹੈ, ਉਹ ਸਿਰਫ ਗੁਰੂ ਅਰਜਨ ਦੇਵ ਮਹਾਰਾਜ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ, ਏਕਾ ਟੇਕ ਮੇਰੇ ਮਨ ਚੀਤ, ਜਿਸ ਕਿਸ ਕਰਨਾ ਸੋ ਹਮਰਾ ਮੀਤ। ਇਹ ਮਿੱਤਰਤਾਈ ਦੀ ਬੁਲੰਦੀ ਹੈ, ਸਿਖਰ ਹੈ ਮਿੱਤਰਤਾਈ ਦੀ। ਪਰ ਮਿੱਤਰ ਮਿੱਤਰ ਕਹਿ ਕੇ ਧੋਖੇ ਦੇਣੇ, ਛਲ ਕਰਨਾ, ષੜਯੰਤਰ ਕਰਨੇ, ਇਹ ਨੀਚਤਾਈ ਦੀ ਪਛਾਣ ਹੈ। ਤੇ ਸਭ ਜਗ੍ਹਾ ਦੁਸ਼ਮਣ ਨਾਲ ਵੀ ਮਿੱਤਰਤਾ ਵਾਲਾ ਵਿਵਹਾਰ ਕਰਨਾ, ਇਹ ਮੀਤਤਾਈ ਦੀ ਪਛਾਣ ਹੈ। ਮੀਤਤਾਈ ਵਾਲਾ ਹਿਰਦਾ ਹੈ। ਗੁਰੂ ਕਰੇ ਹਿਰਦਾ ਨਸੀਬ ਹੋ ਜਾਏ, ਅਰਦਾਸ ਕਰਨੀ ਚਾਹੀਦੀ। ਜਪ ਕੇ, ਨਿਤਨੇਮ ਕਰਕੇ, ਗੁਰੂ ਚਰਨਾਂ ਵਿੱਚ ਆ ਕੇ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ 'ਚ ਪ੍ਰਾਰਥਨਾ ਕਰਨੀ ਚਾਹੀਦੀ ਹੈ। ਹੇ ਹਰੀ, ਹੇ ਗੁਰੂ, ਤੂੰ ਬਹੁਤ ਦਾਤਾਂ ਦਿੱਤੀਆਂ, ਬਹੁਤ ਮਾਣ ਸਨਮਾਨ ਦਿੱਤਾ, ਬਹੁਤ ਸਰੀਰਕ ਬਲ ਦਿੱਤਾ, ਬਹੁਤ ਧਨ ਦਿੱਤਾ। ਆਪਣੇ ਵਰਗਾ ਹਿਰਦਾ ਵੀ ਦੇ ਦੇ ਕਿ ਕੋਈ ਦੁਸ਼ਮਣ ਦਿਖਾਈ ਹੀ ਨਾ ਪਵੇ, ਹੋਰ ਕੋਈ ਤੇਰੇ ਬਿਨਾਂ ਨਜ਼ਰ ਹੀ ਨਾ ਆਵੇ। ਭਾਈ ਕਨਈਏ ਵਰਗਾ ਹਿਰਦਾ। ਖੈਰ ਮੁਕਤਸਰ ਗੁਜ਼ਾਰਿਸ਼ ਕਰਦੇ ਹਾਂ, ਧਰੀ ਮੋਨ ਅਬ ਆਏ ਨ ਬਾਨੀ। ਮਹਾਰਾਜ ਮੁਸਕਰਾ ਰਹੇ ਨੇ, ਬੋਲ ਨਹੀਂ ਰਹੇ। ਇਹ ਦੁਸ਼ਟ ਕਹਿੰਦਾ, ਦੇਖਿਆ ਸਰੀਰ ਤੇ ਛਾਲੇ ਹੋਏ ਨੇ, ਤਪਦੇ ਪਾਣੀ 'ਚ ਪਾਇਆ ਨਾ, ਤੇ ਹੁਣ ਚੁੱਪ ਕਰ ਗਏ। ਹੁਣ ਗੱਲ ਨਹੀਂ ਨਾ ਆਉਂਦੀ ਮੇਰੇ ਸਾਹਮਣੇ। ਵੇਖਿਆ ਮੇਰਾ ਬਲ? ਉਹ ਮੂਰਖਾ, ਤੇਰਾ ਕੀ ਬਲ ਹੈ? ਬਲ ਤੇ ਉਹਨਾਂ ਦਾ ਜਿਨ੍ਹਾਂ ਦਾ ਤਨ ਉਬਲਿਆ ਪਰ ਮਨ ਨਹੀਂ ਉਬਲਿਆ, ਉਹਨਾਂ ਦਾ ਬਲ ਹੈ। ਤੇਰਾ ਕੀ ਬਲ ਹੈ? ਹਾਂਜੀ, ਬੈਠਤ ਬੋਲਤ ਬਨ ਬ੍ਰਹਮ ਗਿਆਨੀ। ਆਖਿਆ ਬੜਾ ਬ੍ਰਹਮ ਗਿਆਨੀ ਬਣ ਕੇ ਬੈਠਾ ਹੋਇਆ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਇਸ ਤਰ੍ਹਾਂ ਕਹਿੰਦਾ, ਕਿਉਂਕਿ ਆਪਣੇ ਹਿਰਦੇ 'ਚ ਬ੍ਰਹਮ ਗਿਆਨ ਦਾ ਅੰਸ਼ ਮਾਤਰ ਵੀ ਨਹੀਂ।
ਜਿਹਨੂੰ ਬਹੁਤੇ ਦੁਸ਼ਮਣ ਦਿਖਾਈ ਪੈਂਦੇ ਹੋਣ ਉਹਨੂੰ ਆਪਣੇ ਮਨ ਦਾ ਇਲਾਜ ਕਰਾਉਣਾ ਚਾਹੀਦਾ। ਜਿਹੜਾ ਹਰ ਇੱਕ ਨੂੰ ਪੱਥਰ ਮਾਰੇ, ਹਰ ਇੱਕ ਨੂੰ ਗਾਲਾਂ ਕੱਢੇ, ਹਰ ਇੱਕ ਤੇ ਮਿੱਟੀ ਪਾਵੇ, ਉਹ ਕੌਣ ਹੁੰਦਾ? ਰਸਤੇ ਵਿੱਚ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਡਾਇਗਨੋਜ਼ ਕਰ ਲੈ। ਜਟਿਲ ਬਿਮਾਰੀਆਂ ਨੂੰ ਡਾਕਟਰ ਡਾਇਗਨੋਜ਼ ਕਰਦੇ, ਪਰ ਇੱਕ ਬਿਮਾਰੀ ਐਸੀ ਹੈ ਜਿਹਨੂੰ ਹਰ ਬੰਦਾ ਹੀ ਡਾਇਗਨੋਜ਼ ਕਰਦਾ, ਬਈ ਐਵੇਂ ਹੀ ਗਾਲਾਂ ਕੱਢ ਰਿਹਾ, ਐਵੇਂ ਹੀ ਪੱਥਰ ਮਾਰ ਰਿਹਾ, ਐਵੇਂ ਕੁੱਦ ਕੇ ਗਲ ਪੈ ਰਿਹਾ, ਤਾਂ ਹਰ ਬੰਦਾ ਡਾਇਗਨੋਜ਼ ਕਰ ਲੈਂਦਾ ਵੀ ਪਾਗਲ ਹੈ, ਇਹਨੂੰ ਮੱਤ ਕੋਈ। ਜਿਤਨੇ ਜ਼ਿਆਦਾ ਦੁਸ਼ਮਣ ਦਿਖਾਈ ਪੈਣ, ਆਪਣੇ ਮਨ ਦਾ ਇਲਾਜ ਕਰਾਈਏ ਕਿ ਹਾਏ ਮੇਰਾ ਮਨ ਤੇ ਮੈਲਾ ਹੋ ਗਿਆ। ਤਨ ਮੈਲਾ ਹੋਵੇਗਾ, ਚਮੜੀ ਰੋਗੀ ਹੋ ਜਾਏ, ਸਰੀਰ ਬਿਮਾਰੀਆਂ ਗ੍ਰਸਤ ਹੋਵੇਗਾ, ਤੇ ਮਨ ਮੈਲਾ ਹੋਵੇਗਾ ਤੇ ਬਹੁਤ ਵੱਡਾ ਮਾਨਸਿਕ ਜਗਤ ਮੈਲ ਨਾਲ ਭਰ ਜਾਏਗਾ। ਸਭ ਕੁਝ ਮੈਲਾ ਹੀ ਮੈਲਾ ਦਿਖਾਈ ਪਏਗਾ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਸਭ ਕੁਝ ਮੈਲਾ ਹੀ ਦਿਖਾਈ ਪਏਗਾ। ਆਪ ਦੁਰਾਚਾਰੀ ਹੈ, ਵੇਸਵਾ ਨੂੰ ਬਾਜ਼ਾਰ ਚੋਂ ਹਰ ਲੰਘਣ ਵਾਲਾ ਦੁਰਾਚਾਰੀ ਦਿਖਾਈ ਪੈਂਦਾ, ਕਿਉਂਕਿ ਖੁਦ ਦੁਰਾਚਾਰੀ। ਤੇ ਸੰਤ ਨੂੰ ਹਰ ਲੰਘਣ ਵਾਲਾ ਸੰਤ ਦਿਖਾਈ ਪੈਂਦਾ। ਉਹ ਪਲਕਾਂ ਵਿਛਾ ਦਿੰਦਾ, ਉਹ ਕਹਿੰਦਾ ਮੈਂ ਤੇ ਸਦਕੇ ਜਾਂਦਾ, ਬਾਰ-ਬਾਰ ਬਲਿਹਾਰਨੇ ਜਾਂਦਾ। ਇਹ ਕਹਿੰਦਾ ਹੁਣ ਵੱਡੇ ਬ੍ਰਹਮ ਗਿਆਨੀ ਬਣ ਬੈਠੇ ਹੋ। ਹਾਂਜੀ, ਕੂਕਰ ਕਹਿਓ ਕਲੰਕਤ ਕੀਓ, ਮੈਨੂੰ ਕਲੰਕਿਤ ਕਰ ਦਿੱਤਾ ਮੇਰਾ ਰਿਸ਼ਤਾ ਮੋੜ ਕੇ, ਤੇ ਮੈਨੂੰ ਕੁੱਤਾ ਆਖਿਆ। ਅਬ ਤਾਪੋ ਜਿਮ ਤਪ ਮਮ ਹੀਓ, ਜਿਸ ਤਰ੍ਹਾਂ ਮੇਰਾ ਹਿਰਦਾ ਤਪਾਇਆ ਹੈ ਉਸ ਤਰ੍ਹਾਂ ਹੀ ਮੈਂ ਤੁਹਾਨੂੰ ਤਪਾਉਣਾ ਹੈ, ਤੁਹਾਨੂੰ ਤਾਪ ਦੇਣਾ ਹੈ, ਤੁਹਾਨੂੰ ਸਾੜਨਾ ਹੈ। ਇਹਦਾ ਮਤਲਬ ਇਹ ਹੈ ਕਿ ਦੂਜੇ ਨੂੰ ਸਾੜਨ ਵਾਲਾ ਅਟਲ ਸੱਚਾਈ, ਯੂਨੀਵਰਸਲ ਟਰੁੱਥ ਹੈ। ਦੂਜੇ ਨੂੰ ਉਹੀ ਸਾੜ ਸਕਦਾ ਜਿਹੜਾ ਖੁਦ ਸੜਦਾ ਪਿਆ, ਅਦਰਵਾਈਜ਼ ਨਹੀਂ ਸਾੜ ਸਕਦਾ। ਹੁਣ ਮਾਚਿਸ ਦੀ ਤੀਲ ਹੈਗੀ ਹੈ, ਸੀਖ ਹੈ ਮਾਚਿਸ ਦੀ, ਉਹ ਦੂਜੀ ਲੱਕੜ ਨੂੰ, ਘਾਹ ਦੇ ਤਿਨਕਿਆਂ ਨੂੰ ਤਾਂ ਹੀ ਸਾੜੇਗੀ ਨਾ, ਪਹਿਲੇ ਆਪ ਅਗਨ ਭੇਟ ਹੋਵੇਗੀ। ਜੇ ਪਹਿਲੇ ਆਪ ਨਹੀਂ ਸੜੇਗੀ ਦੂਜੇ ਨੂੰ ਕਿਵੇਂ ਸਾੜੇਗੀ? ਉਹੀ ਲੱਕੜ ਮੇਰਾ ਹੱਥ ਜਲਾ ਸਕਦੀ ਹੈ ਜੋ ਖੁਦ ਜਲ ਕੇ ਕੋਇਲਾ ਹੋ ਗਈ, ਤੇ ਜੇ ਆਪ ਕੋਇਲਾ ਨਹੀਂ ਹੋਈ ਮੇਰਾ ਹੱਥ ਕਿੱਥੋਂ ਜਲਾਏਗੀ? ਇਹ ਜਿਹੜਾ ਬਾਰ-ਬਾਰ ਕਹਿੰਦਾ ਪਿਆ ਨਾ ਮੈਂ ਸਾੜ ਦੇਣਾ, ਮੈਂ ਮਾਰ ਦੇਣਾ, ਮੈਂ ਜਲਾ ਦੇਣਾ, ਇਹਦਾ ਮਤਲਬ ਹੈ ਰੋਮ ਰੋਮ ਇਹਦਾ ਚਿੱਖਾ ਬਣਿਆ ਹੋਇਆ। ਜਿੰਨੇ ਇਹਦੇ ਸਰੀਰ ਦੇ ਰੋਮ ਨੇ ਓਨੀਆਂ ਚਿਖਾ ਇਕੱਠੀਆਂ ਇਸ ਦੀਆਂ ਬਲ ਰਹੀਆਂ ਹਨ। ਸਿਕਤਾ ਤਪਤ ਅਰੂਢਣ ਲਾਗੇ, ਮਹਾਰਾਜ ਸੱਚੇ ਪਾਤਸ਼ਾਹ ਬਲਦੀ ਹੋਈ, ਲੰਬ ਨਿਕਲਦੀ ਹੋਈ, ਲਪਟਾਂ ਛੱਡਦੀ ਹੋਈ ਰੇਤ ਤੇ ਬੈਠਣ ਲੱਗੇ ਹਨ। ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਬੋਲੇ ਸੁਣੀਐ ਮੂੜਕ ਭਾਗੇ, ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਇਹ ਮੂੜਤਾ ਤੇ ਕੁਭਾਗਿਆਂ ਵਾਲੀ ਗੱਲ ਹੈਗੀ ਹੈ। ਆਪਣੋ ਭਾਖਿਓ ਨਹੀਂ ਵਿਚਾਰਤ, ਆਪਣਾ ਜੋ ਤੂੰ ਕਿਹਾ ਹੈ ਉਹ ਤੂੰ ਸੋਚਦਾ ਹੀ ਨਹੀਂ ਵੀ ਮੈਂ ਕੀ ਕਿਹਾ। ਇਹ ਮਨਮੁਖ ਹਿਰਦੇ ਦੀ ਪਛਾਣ। ਆਪਣੀ ਗਲਤੀ ਨਹੀਂ ਮੰਨੇਗਾ, ਆਪਣੀ ਗਲਤੀ ਨਾਲ ਕਦੀ ਸਹਿਮਤ ਨਹੀਂ ਹੋਵੇ। 100 ਵਾਰੀ ਗਲਤ ਹੋਵੇ ਕਹੇਗਾ ਨਹੀਂ ਮੈਂ ਠੀਕ ਹਾਂ, ਅਗਲਾ ਗਲਤ। ਇਹ ਸੁਭਾਅ ਹੀ ਬਣਿਆ ਹੋਇਆ ਬਹੁਤਾਤ ਵਿੱਚ। 2 ਸਾਈਕਲ ਸਵਾਰ ਰਸਤੇ ਜਾਂਦਿਆਂ ਟਕਰਾ ਜਾਣ, ਦੋਵੇਂ ਕਹਿਣਗੇ ਮੈਂ ਠੀਕ ਸੀ ਇਹਨੇ ਮਾਰ ਦਿੱਤਾ, ਤੇ ਕੌਣ ਦੱਸੇ ਹੈ ਤਾਂ ਦੋਵੇਂ ਹੀ ਗਲਤ ਸੀ, ਇੱਕ ਦਾ ਵੀ ਧਿਆਨ ਨਹੀਂ ਸੀ। ਜੇ ਇੱਕ ਦਾ ਵੀ ਹੁੰਦਾ ਤੇ ਬਚ ਜਾਣਾ ਸੀ। ਦੋਵੇਂ ਹੀ ਗਲਤ ਹੈਗੇ ਨੇ, ਪਰ ਦੋਵੇਂ ਹੀ ਦੂਜੇ ਨੂੰ ਗਲਤ ਕਹਿੰਦੇ ਨੇ, ਇਹ ਗਲਤ, ਮੈਂ ਠੀਕ, ਇਹ ਗਲਤ। ਮਨਮੁਖ ਦਾ ਸੁਭਾਅ ਹੈ ਉਹ ਪਰਮਾਤਮਾ ਤੱਕ ਨੂੰ ਗਲਤ ਕਹਿ ਦਿੰਦਾ ਵੀ ਰੱਬ ਨੇ ਚੰਗਾ ਨਹੀਂ ਕੀਤਾ। ਜਦੋਂ ਇਹ ਅਵਸਥਾ ਬਣੇ ਵੀ ਰੱਬ ਨੇ ਵੀ ਚੰਗਾ ਨਹੀਂ ਕੀਤਾ,
ਫਿਰ ਤੇ ਇਹਦੇ ਮਨ ਨੂੰ ਧੋਣ ਦਾ ਕੋਈ ਤਰੀਕਾ ਹੀ ਨਹੀਂ ਬਚਿਆ, ਫਿਰ ਤੇ ਮੈਲਾ ਕੁਚੈਲਾ ਹੀ ਰਹੇਗਾ। ਮਹਾਰਾਜ ਦੇ ਬੋਲ ਨੇ, ਮੈਲਾ ਮਲਤਾ ਇਹ ਸੰਸਾਰ। ਮੈਲ ਵਿੱਚ ਜੀ ਰਿਹਾ, ਜਿਵੇਂ ਗੰਦੇ ਤਾਲਾਬ ਵਿੱਚ ਮਲ ਮੂਤਰ ਨਾਲ ਭਰੇ ਹੋਏ ਤਾਲਾਬ ਵਿੱਚ ਮੱਛੀਆਂ ਖੁਸ਼ ਜੀਵਦੀਆਂ ਨੇ ਨਾ, ਇਸ ਤਰ੍ਹਾਂ ਮਲੀਨਤਾ ਵਿੱਚ ਜੀ ਰਿਹਾ। ਮੈਲਾ ਮਲਤਾ ਇਹ ਸੰਸਾਰ, ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ। ਪਾਰ ਬ੍ਰਹਮ ਪਰਮੇਸ਼ਰ ਨਿਰਮਲਤਾ ਬਰਸਾ ਰਿਹਾ। ਸੰਤ ਜਨ ਗੁਰਮੁਖ ਜਨ ਨਿਰਮਲਤਾ ਬਰਸਾ ਰਹੇ ਨੇ, ਪਰ ਪਾਤਕੀ ਹਿਰਦੇ ਨੂੰ ਮੈਲਾ ਹੀ ਲੱਗਦਾ ਹੈ। ਆਪਣੋ ਪਾਖਿਓ ਨਹੀਂ ਵਿਚਾਰਤ। ਮਹਾਰਾਜ ਕਹਿਣ ਲੱਗੇ, ਆਪਣਾ ਆਖਿਆ ਤੂੰ ਵਿਚਾਰਦਾ ਹੀ ਨਹੀਂ। ਭਾਵ ਗੁਰੂ ਨਾਨਕ ਦੇ ਉੱਚੇ ਘਰ ਨੂੰ ਤੂੰ ਨੀਵਾਂ ਆਖਿਆ ਹੈ। ਕੂਕਰ ਹੈ ਕਿਰਾੜ ਝਖ ਮਾਰਤ। ਔਰ ਇਸ ਤਰ੍ਹਾਂ ਕੁੱਕਰ ਹੋ ਕੇ, ਕਾਰੋਬਾਰੀ ਹੋ ਕੇ ਤੇ ਬਸ ਐਵੇਂ ਝਖਾਂ ਪਿਆ ਮਾਰਦਾ ਹੈ। ਸਕਲ ਬਾਂਸ ਕੀ ਜਰਾ ਉਖਾਰ ਹੈ। ਜਦੋਂ ਮਨੁੱਖ ਇਸ ਤਰ੍ਹਾਂ ਕਰਦਾ ਹੈ ਨਾ, ਐਵੇਂ ਕਿਸੇ ਤੇ ਇਲਜ਼ਾਮ ਲਗਾਉਂਦਾ, ਐਵੇਂ ਕਿਸੇ ਨੂੰ ਗੁਨਾਹਗਾਰ ਕਹਿੰਦਾ ਤੇ ਗੁਨਾਹਗਾਰ ਸਾਬਤ ਕਰਕੇ ਸਜ਼ਾਵਾਂ ਦਿੰਦਾ, ਫਿਰ ਭਾਈ ਸਾਹਿਬ ਜੀ ਨੇ ਬੜੇ ਗਹਿਰੇ ਹਿਰਦੇ ਤੋਂ ਇਹ ਬੋਲ ਲਿਖੇ ਨੂੰ, ਆਪਣੀਆਂ ਜੜ੍ਹਾਂ ਪੁੱਟਦਾ ਹੁੰਦਾ। ਦੂਜੇ ਦਾ ਨਹੀਂ ਕੁਝ ਵਿਗਾੜ ਸਕਦਾ, ਪਰ ਆਪਣੀਆਂ ਜੜ੍ਹਾਂ ਪੁੱਟਦਾ। ਜੜ ਆਪਣੀ ਆਪ ਉਪਾੜੀ ਜੀ, ਉਹ ਆਪਣੀਆਂ ਜੜ੍ਹਾਂ ਆਪ ਹੀ ਪੁੱਟ ਰਹੇ ਹਨ। ਆਪਣੇ ਪਰ ਅਪਦਾ ਬਹੁ ਡਰ ਹੈ। ਮਹਾਰਾਜ ਕਹਿਣ ਲੱਗੇ, ਫਿਰ ਇਸ ਤਰ੍ਹਾਂ ਦਾ ਇਨਸਾਨ ਆਪਣਾ ਜੀਵਨ ਬਿਪਤਾਵਾਂ ਨਾਲ ਭਰ ਲੈ। ਇਸ ਲਈ ਰੋਜ਼ ਪ੍ਰਾਰਥਨਾ ਕਰਨੀ ਚਾਹੀਦੀ ਹੈ ਗੁਰੂ। ਤਾਂ ਹੀ ਤਾਂ ਸਿੱਖ ਇਹ ਪ੍ਰਾਰਥਨਾ ਕਰਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮਜਾਲ ਹੈ ਕਿਸੇ ਦਾ ਬੁਰਾ ਗੁਰਸਿੱਖ ਮੰਗ ਜਾਏ, ਤੇ ਜਿਹੜਾ ਉੱਠ ਕੇ ਆਪ ਹੀ ਬੁਰਾ ਕਰਨ ਲੱਗ ਪਵੇ, ਉਹਨੂੰ ਸਮਝਣਾ ਚਾਹੀਦਾ ਵੀ ਸਿੱਖੀ ਮੇਰੇ ਕੋਲ ਹੈ ਨਹੀਂ। ਸਿੱਖੀ ਦੀ ਦਾਤ ਤੋਂ ਮੇਰਾ ਹਿਰਦਾ ਸਖਣਾ ਹੈ। ਦੋ ਜਗ ਦੀ ਰਗ ਦੁਖਦ ਸਹੇਰੈ। ਮਹਾਰਾਜ ਕਹਿਣ ਲੱਗੇ, ਜਿਹੜਾ ਇਸ ਤਰ੍ਹਾਂ ਕਰਦਾ ਉਹ ਬੜੇ ਦੋਜ਼ਕ ਆਪਣੇ ਆਪ ਲਈ ਸਹੇੜਦਾ ਹੈ, ਇਕੱਠੇ ਕਰਦਾ। ਨਰਕ 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 ਉਹਦੀ ਜ਼ਿੰਦਗੀ ਹੋ ਜਾਂਦੀ ਹੈ। ਮਰ ਕੁਮੌਤ ਤੂਰਨ ਫਲ ਹੇਰੈ। ਔਰ ਕੁਮੌਤ ਮਰਦਾ ਹੈ ਤੇ ਝਟਪਟ ਭੈੜੀ ਮੌਤ ਮਰਨ ਦਾ ਉਹਨੂੰ ਫਲ ਮਿਲਦਾ ਹੈ। ਹਮ ਤੋ ਤਿਆਗਣ ਇਹ ਸਰੀਰ। ਫਿਰ ਮਹਾਰਾਜ ਜੀ ਦਾ ਬਚਨ ਵੀ ਹੈਗਾ ਨਾ, ਬਈ ਉਹਨਾਂ ਨੂੰ ਭੈੜੀ ਮੌਤ ਮਿਲਦੀ ਹੈ। ਉਹ ਤੜਪ ਤੜਪ ਕੇ ਨਰਕ ਵਿੱਚ ਪੈਂਦੇ। ਅੱਗੇ ਦੋਜ਼ਖ ਤਪਿਆ ਸੁਣੀਏ ਹੂਲ ਪਵੇ ਕਹਾ। ਉਸ ਤਪਦੇ ਹੋਏ ਨਰਕ ਵਿੱਚ ਉਹ ਪੈਂਦੇ ਹਨ। ਮਹਾਰਾਜ ਕਹਿਣ ਲੱਗੇ, ਅਸੀਂ ਤਾਂ ਸਰੀਰ ਤਿਆਗਿਆ ਹੀ ਹੋਇਆ ਹੈ, ਤਿਆਗਣਾ ਹੀ ਹੈ। ਸਰੀਰ ਤਾਂ ਰਿਹਾ ਹੀ ਨਹੀਂ, ਸਿਰਫ ਜੋਤ ਰੂਪ ਹੋ ਗਏ ਹਨ। ਸਰੀਰ ਨਾਲੋਂ ਪਹਿਲੇ ਹੀ ਵੱਖਰੇ ਹਨ, ਪੱਕੇ ਹੋਏ ਨਾਰੀਅਲ ਦੀ ਤਰ੍ਹਾਂ। ਕੱਚਾ ਨਾਰੀਅਲ ਖੋਲ ਨਾਲ ਚੰਬੜਿਆ ਹੁੰਦਾ। ਜਿੰਨੀ ਪਕੜ ਜਕੜ ਮੋਹ ਵੈਰ ਈਰਖਾ ਹੰਕਾਰ ਹੈ, ਅਸੀਂ ਸੰਸਾਰ ਨਾਲ ਚਿਪਕੇ ਹੋਏ, ਅਸੀਂ ਸੰਸਾਰ ਨਾਲ ਪਕੜ ਹੈ ਸਾਡੀ। ਤੇ ਜਿੰਨਾ ਅਸੀਂ ਵੱਖਰੇ ਅੰਦਰੋਂ ਹੋ ਜਾਂਦੇ, ਉਹਨਾਂ ਸੰਸਾਰ ਤੋਂ ਨਿਰਾਲੇ ਹੋ ਗਏ, ਭਵਜਲ ਤੋਂ ਪਾਰ ਉਤਰ ਗਏ। ਪੱਕਾ ਹੋਇਆ ਨਾਰੀਅਲ ਖੋਲ ਨਾਲ ਚਿਪਕਿਆ ਹੋਇਆ ਨਹੀਂ ਹੁੰਦਾ, ਵੱਖਰਾ ਹੁੰਦਾ, ਅਲੱਗ ਹੁੰਦਾ ਤੇ ਪੂਰਾ ਹੁੰਦਾ। ਔਰ ਕੋਈ ਉਸ ਦੇ ਰਸ ਵਿੱਚ, ਉਹਦੇ ਜਿਹੜਾ ਰੋਗਨ ਵਿੱਚ ਕੋਈ ਫਰਕ ਨਹੀਂ ਪੈਂਦਾ। ਗੁਰਮੁਖ ਇਸ ਤਰ੍ਹਾਂ ਸੰਸਾਰ ਤੇ ਨਿਰਲੇਪ ਰਹਿੰਦੇ ਨੇ, ਪਰ ਮਨਮੁਖ ਕਦੀ ਪਕੜ ਜਕੜ ਛੱਡਦਾ ਨਹੀਂ ਹੈ। ਸਮਾਂ ਆਨ ਪਹੁੰਚਿਓ ਅਤ ਤੀਰ। ਮਹਾਰਾਜ ਕਹਿਣ ਲੱਗੇ, ਅਸੀਂ ਤਾਂ ਸਰੀਰ ਤਿਆਗਣਾ ਹੀ ਹੈਗਾ ਹੈ, ਤਿਆਗਿਆ ਹੀ ਹੈਗਾ ਹੈ। ਹੁਣ ਉਹ ਸਮਾਂ ਵੀ ਲਾਗੇ ਆ ਗਿਆ ਹੈ। ਕਿਮ ਬੋਲਤ ਆਰੂਢਨ ਕਰੇ। ਔਰ ਇਸ ਤਰ੍ਹਾਂ ਦੇ ਨਾਲ ਬੋਲਦਿਆਂ ਹੋਇਆਂ ਸਾਹਿਬ ਜੀ ਨੇ
ਸੜਦੀ ਹੋਈ ਰੇਤ ਤੇ ਬਿਰਾਜਣਾ ਕੀਤਾ। ਰੇਤ ਹੁਤਾਸਨ ਸਮ ਪਰ ਖਰੇ। ਇਸ ਤਰ੍ਹਾਂ ਰੇਤ ਤੇ ਮਹਾਰਾਜ ਬੈਠੇ ਨੇ ਬਲਦੀ ਹੋਈ ਅੱਗ ਤੇ। ਅੱਗ ਨਾਲੋਂ ਵੱਧ ਤਪੀ ਹੋਈ ਰੇਤ ਹੈ, ਬੜਾ ਉਹਦੇ ਚੋਂ ਲਪਟਾਂ ਨਿਕਲਦੀਆਂ ਪਈਆਂ ਹਨ। ਉਸ ਤੇ ਮਹਾਰਾਜ ਬਿਰਾਜੇ ਹਨ। ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਿੱਖ ਲੰਗਾਹ ਪਿਰਾਣਾ ਦੋਨ। ਭਾਈ ਲੰਗਾ ਤੇ ਭਾਈ ਪਿਰਾਣਾ ਦੋਵੇਂ ਜਣੇ ਇੱਕ ਬਾਰੀ ਦੋਰੇ ਮਨ ਭੋਨ। ਔਰ ਇੱਕ ਵਾਰੀ ਦੋਵੇਂ ਦੌੜੇ ਨੇ, ਮਨ ਵਿੱਚ ਕੋਈ ਭਉ ਨਾ, ਕੋਈ ਡਰ ਨਹੀਂ ਹੈਗਾ ਮੌਤ ਦਾ। ਤਪਤ ਰੇਤ ਪਰ ਹਮ ਤਨ ਪਰੇ। ਉਹ ਇਸ ਤਰ੍ਹਾਂ ਦੌੜੇ ਨੇ ਦੋਵੇਂ, ਭਾਈ ਲੰਗਾਹ ਤੇ ਭਾਈ ਪਿਰਾਣਾ, ਬਈ ਤਪਦੀ ਹੋਈ ਰੇਤ ਤੇ ਅਸੀਂ ਲੇਟਾਂਗੇ। ਤੇ ਕਿਉਂ ਲੇਟਾਂਗੇ? ਤੇ ਗੁਰੂ ਮਹਾਰਾਜ ਸਾਡੇ ਤਨ ਤੇ ਬੈਠ ਜਾਣ, ਸਾਡੇ ਹਿਰਦੇ ਤੇ ਬੈਠ ਜਾਵਣ। ਸੁਖ ਸੋ ਹੋਏ ਗੁਰ ਉਪਰ ਖਰੇ। ਇੱਕ ਚਰਨ ਭਾਈ ਪਿਰਾਣਾ ਕਹਿੰਦੇ ਨੇ ਮੇਰੇ ਤੇ ਰੱਖਣ, ਇੱਕ ਚਰਨ ਭਾਈ ਲੰਗਾਹ ਕਹਿੰਦੇ ਨੇ ਮੇਰੇ ਤੇ ਰੱਖਣ। ਅਸੀਂ ਰੇਤ ਸੜਦੀ ਤੇ ਲੇਟਦੇ ਹਾਂ ਤੇ ਮਹਾਰਾਜ ਸਾਡੇ ਤਨ ਤੇ ਬਿਰਾਜਣ। ਇਨ ਕਾਰਣ ਨਿਕ ਸਹਜੇ ਪ੍ਰਾਨ। ਤੇ ਜੇ ਸਤਿਗੁਰੂ ਜੀ ਦੀ ਸੇਵਾ ਕਰਦਿਆਂ ਪ੍ਰਾਣ ਨਿਸ਼ਾਵਰ ਹੋ ਜਾਵਣ ਤੋ ਹਮ ਹੋਵਹਿ ਧਨ ਮਹਾਨ। ਤੇ ਸਾਡਾ ਜੀਵਨ ਮਹਾਨ ਹੋ ਜਾਏਗਾ, ਧਨਤਾ ਯੋਗ ਹੋ ਜਾਏਗਾ। ਜੇ ਸਤਿਗੁਰੂ ਜੀ ਦੀ ਸੇਵਾ ਵਿੱਚ ਅਸੀਂ ਤਨ ਤਿਆਗ ਸਕੀਏ। ਨਹ ਇਨ ਕੋ ਦੁਖ ਦੇਖਨ ਕਰੈ। ਨਾਲੇ ਜੋ ਇਹਨਾਂ ਦੇ ਤਨ ਤੇ ਜ਼ਾਲਮ ਦੁੱਖ ਬਰਸਾ ਰਿਹਾ, ਉਹ ਦੇਖਣ ਦੇ ਦੁੱਖ ਤੋਂ ਮੁਕਤ ਹੋ ਜਾਵਾਂਗੇ। ਆਛੀ ਬਾਤ ਦੇਹ ਪਰ ਹਰੈ। ਤੇ ਚੰਗਾ ਹੈ ਅਸੀਂ ਆਪਣਾ ਤਨ ਇਸ ਢੰਗ ਨਾਲ ਮਹਾਰਾਜ ਜੀ ਦੀ ਸੇਵਾ ਕਰਦਿਆਂ ਅਰਪਣ ਕਰ ਦਈਏ, ਤਿਆਗ ਦਈਏ। ਰਤ ਚੰਦੂ ਸਿਪਾਹੀ ਪ੍ਰੇਰੇ। ਔਰ ਚੰਦੂ ਦੇਖ ਰਿਹਾ, ਉਹਨੇ ਆਪਣੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਹੈ। ਲਏ ਲਾਸ਼ਟਿਕਾ ਧਾਏ ਕਨੇਰੇ। ਤੇ ਬਹੁਤ ਸਾਰੇ ਸਿਪਾਹੀ ਲਾਠੀਆਂ ਲੈ ਕੇ ਭਾਈ ਲੰਗਾ ਤੇ ਭਾਈ ਪਿਰਾਣਾ ਜੀ ਵੱਲ ਦੌੜੇ ਹਨ। ਹਾਥਨ ਪਰ ਪੈਰਨ ਪਰਮਾ। ਉਹਨਾਂ ਦੇ ਹੱਥਾਂ ਤੇ ਪੈਰਾਂ ਤੇ ਬਹੁਤ ਕਸ ਕੇ ਲਾਠੀਆਂ ਮਾਰੀਆਂ, ਵੀ ਤੁਸੀਂ ਕਿੱਧਰ ਨੂੰ ਦੌੜ ਰਹੇ ਹੋ? ਕਹਿ ਕਰ ਮੋਰੇ ਬਹੁ ਬਲਤਾ। ਔਰ ਇਸ ਤਰ੍ਹਾਂ ਦੇ ਨਾਲ ਹੱਥਾਂ ਪੈਰਾਂ ਤੇ ਸੋਟੇ ਮਾਰੇ, ਡਾਂਗਾ ਮਾਰੀਆਂ ਤੇ ਫੜ ਕੇ ਉਹਨਾਂ ਨੂੰ ਬਾਹਾਂ ਤੋਂ ਕਈ ਸਾਰੇ ਸਿਪਾਹੀਆਂ ਨੇ ਬੜੇ ਬਲ ਨਾਲ ਪਿਛਾਂ ਦਰਵਾਜ਼ੇ ਵੱਲ, ਰੱਸੀਆਂ ਨਾਲ ਤਾਂ ਬੰਨੇ ਹੋਏ ਹੀ ਹੈਗੇ ਸਨ, ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਸਨ, ਦਰਵਾਜ਼ੇ ਵੱਲ ਲੈ ਗਏ ਹਨ। ਸ੍ਰੀ ਗੁਰ ਕਰ ਹੈ ਬਰਜ ਨਾ ਘਨੇ। ਮਹਾਰਾਜ ਸੱਚੇ ਪਾਤਸ਼ਾਹ ਆਪ ਵਰਜਦੇ ਪਏ ਹਨ ਇਹਨਾਂ ਨੂੰ। ਕਿਉਂ ਤੁਮ ਆਵਤ ਹੋ ਰਿਸ ਮਨੇ। ਤੁਸੀਂ ਆਪਣੇ ਮਨ ਵਿੱਚ ਕਿਉਂ ਰੋਸ ਲਿਆਉਂਦੇ ਹੋ? ਬੈਠੇ ਰਹੋ ਖਾਤ ਕਿਉਂ ਮਾਰ। ਤੁਸੀਂ ਆਪਣੇ ਤਨ ਤੇ ਮਾਰ ਨਾ ਖਾਓ। ਮਹਾਰਾਜ ਇਸ ਲਈ ਕਹਿੰਦੇ ਨੇ, ਮਾਂ ਹੈ ਨਾ ਸਾਧ ਸੰਗਤ, ਬੱਚੇ ਨੂੰ ਕਸ਼ਟ ਹੁੰਦਾ ਨਹੀਂ ਦੇਖ ਸਕਦੀ, ਆਪ ਕਸ਼ਟ ਸਹਿ ਲੈਂਦੀ। ਤੇ ਗੁਰੂ ਤੇ ਮਾਂ ਵੀ ਹੈ ਤੇ ਪਿਤਾ ਵੀ ਹੈ, ਇਸ ਲਈ ਇਹਨਾਂ ਨੂੰ ਕਸ਼ਟ ਨਾ ਆਵੇ। ਮਹਾਰਾਜ ਜੀ ਦੀ ਐਸੀ ਭਾਵਨਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ ਜੋ ਹੋਇਆ, ਤੂੰ ਮਾਤ ਪਿਤਾ ਜੋ ਹੋਏ ਸਿੱਖ ਦੇ, ਅਸੀਂ ਬਾਲਕ ਜੋ ਹੋਏ, ਇਸ ਲਈ ਸਾਨੂੰ ਦੁੱਖ ਨਹੀਂ ਮਹਾਰਾਜ ਸਹਾਰ ਸਕਦੇ। ਇਹ ਸਭ ਹਵੈ ਹਮਰੇ ਅਨੁਸਾਰ। ਮਹਾਰਾਜ ਕਹਿਣ ਲੱਗੇ, ਨਾ ਚਿੰਤਾ ਕਰੋ, ਨਾ ਦੁੱਖ ਮਨਾਓ, ਇਹ ਸਾਡੇ ਅਨੁਸਾਰ ਹੀ ਹੁੰਦਾ ਪਿਆ। ਐਸਾ ਕਿਉਂ ਲੱਗ ਰਿਹਾ ਹੈ? ਕਿਉਂਕਿ ਪਤਾ ਹੈ ਪਾਰ ਬ੍ਰਹਮ ਪਰਮੇਸ਼ਰ ਜੋ ਕਰਦਾ ਹੈ ਉਹ ਭਲਾ ਕਰਦਾ ਹੈ। ਜੋ ਕੀਨੀ ਕਰਤਾਰ ਸਾਈ ਭਲੀ ਗੱਲ, ਉਹ ਸਭ ਕੁਝ ਭਲਾ ਹੀ ਕਰਦਾ ਹੈ। ਤੂੰ ਸਦਾ ਜੋ ਤੁਧ ਭਾਵੈ ਸਾਈ ਭਲੀ ਕਾਰ। ਪਾਰ ਬ੍ਰਹਮ ਪਰਮੇਸ਼ਰ ਸਦਾ ਹੀ ਭਲਾ ਹੀ ਕਰਦਾ ਹੈ। ਕਹਿ ਪਿਰਾਣਾ ਰਹਿਓ ਨਾ ਜਾਏ। ਤੇ ਭਾਈ ਪਿਰਾਣਾ ਜੀ ਕਹਿੰਦੇ ਨੇ, ਸਾਡੇ ਕੋਲੋਂ ਰਿਹਾ ਨਹੀਂ ਜਾ ਰਿਹਾ। ਭਾਵ ਇਹ ਜ਼ੁਲਮੋ ਸਿਤਮ ਦੀ ਇੰਤਹਾ,
ਸਾਡੇ ਕੋਲ ਦੇਖੀ ਨਹੀਂ ਜਾ ਰਹੀ। ਤੁਮਰੋ ਦੁਖ ਨਹਿ ਦੇਖ ਸਕਾਏ। ਇਹ ਸੱਚੇ ਪਾਤਸ਼ਾਹ ਆਪ ਜੀ ਦੇ ਤਨ ਤੇ ਕੋਈ ਦੁੱਖ ਹੋਵੇ, ਮਾਮੂਲੀ ਤੋਂ ਮਾਮੂਲੀ ਵੀ ਦੇਖ ਨਹੀਂ ਸਕਦੇ, ਤੇ ਇਤਨਾ ਵੱਡਾ ਜ਼ੁਲਮ ਢਾਇਆ ਜਾ ਰਿਹਾ ਹੈ, ਜ਼ੁਲਮਤ ਦੀ ਇੰਤਹਾ ਹੋ ਰਹੀ ਹੈ, ਤੇ ਕਿਵੇਂ ਸਹਾਰ ਲਈਏ। ਆਪਣੇ ਪ੍ਰਾਨ ਦੇਨ ਅਬਲਖੈ। ਹੁਣ ਅਸੀਂ ਆਪਣੇ ਪ੍ਰਾਣ ਦੇਣਾ ਚਾਹੁੰਦੇ, ਆਪਣੇ ਪ੍ਰਾਨ ਦੇਨ ਅਬਲਖ ਹੈ। ਸਾਡੀ ਅਭਿਲਾਸ਼ਾ ਹੈ ਕਿ ਆਪਣੇ ਪ੍ਰਾਣ ਭੇਟਾ ਕਰ ਦਈਏ। ਰਾਵਰ ਕੇ ਸਰੀਰ ਕੋ ਰਾਖੈ। ਪਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪ੍ਰਾਣ ਦੇ ਕੇ ਤੁਹਾਡਾ ਸਰੀਰ ਨਾ ਬਿਨਸੇ, ਤੁਹਾਡਾ ਸਰੀਰ ਕਸ਼ਟ ਨਾ ਸਹੇ, ਇਹ ਅਸੀਂ ਚਾਹੁੰਦੇ ਹਾਂ। ਕਹਿਓ ਗੁਰੂ ਇਮ ਕੀ ਜਹ ਤਬੈ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਤਾਂ ਹੀ ਕਰਿਓ, ਹਮਰੀ ਆਇਸ ਹੋਵਹਿ ਜਬੈ। ਆਪਣੇ ਆਪ ਨਾ ਕਰਿਓ, ਜੇ ਸਾਡੀ ਆਗਿਆ ਹੋਵੇ ਫੇਰ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ। ਅਬ ਹਮਰਾ ਇਹ ਖੇਲ ਪਸਾਰਾ। ਮਹਾਰਾਜ ਜੀ ਨੇ ਇਸ ਲਈ ਕਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਆਗਿਆ ਅਸੀਂ ਦੇਣੀ ਨਹੀਂ ਹੈ। ਤੇ ਸਿੱਖ ਦੀ ਵੀ ਪਰਖ ਹੈ ਸਾਧ ਸੰਗਤ, ਬਈ ਕਿਤੇ ਆਗਿਆ ਤੋਂ ਬਾਹਰ ਤੇ ਨਹੀਂ ਜਾਂਦਾ। ਆਗਿਆ ਆਵੇ ਆਗਿਆ ਜਾਏ, ਆਗਿਆ ਵਿੱਚ ਸਿੱਖ ਨੇ ਰਹਿਣਾ, ਹੁਕਮ ਵਿੱਚ ਰਹਿਣਾ। ਹਰ ਹਾਲ ਜੋ ਹੁਕਮ ਦੀ ਤਾਮੀਲ ਕਰੇ ਉਹ ਭਾਈ ਲੈਣਾ, ਤੇ ਜਿਹੜਾ ਲੈਣਾ ਹੋਵੇ ਉਹਨੂੰ ਗੁਰੂ ਨੇ ਦੇਣਾ ਹੁੰਦਾ। ਇਸ ਲਈ ਮਹਾਰਾਜ ਨੇ ਜੋ ਬਚਨ ਆਖੇ ਨੇ, ਸਿੱਖਾਂ ਦੀ ਪਰਖ ਵੀ ਹੈ। ਆਖਦੇ ਨੇ ਅਬ ਹਮਰਾ ਇਹ ਖੇਲ ਪਸਾਰਾ, ਇਹ ਸਾਡਾ ਸਾਰਾ ਖੇਲ ਆਪਣਾ ਹੀ ਹੈ। ਬੈਠੋ ਪਿਖੋ ਹੋਏ ਜਿਮ ਸਾਰਾ। ਤੁਸੀਂ ਸਾਰਾ ਇਹ ਖੇਲ ਦੇਖੋ ਵੀ ਕਿਵੇਂ ਹੁੰਦਾ ਹੈ। ਆਵਣ ਜਾਣ ਇੱਕ ਖੇਲ ਬਣਾਇਆ, ਉਸ ਇੱਕ ਦਾ ਬਣਿਆ ਹੋਇਆ ਖੇਲ ਹੈ ਆਉਣਾ ਜਾਣਾ। ਆਗਿਆਕਾਰੀ ਕੀਨੀ ਮਾਇਆ, ਇਹ ਖੇਲ ਤੁਸੀਂ ਦੇਖਣਾ ਕਰੋ। ਹੁਣ ਹੈ ਦੁਸ਼ਟ ਨੇ ਕਹਿ ਬਿਠਵਾਏ। ਫਿਰ ਉਸ ਦੁਸ਼ਟ ਚੰਦੂ ਨੇ ਕਹਿ ਕੇ ਆਪਣੇ ਬਲਪੂਰਵਕ ਕਹਿੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪ ਬੈਠਦੇ ਪਏ ਹਨ, ਲੋਹ ਦੇ ਐ ਸੜਦੀ ਹੋਈ ਰੇਤ ਦੇ ਢੇਰ ਦੇ ਉੱਤੇ ਬਿਠਾਇਆ ਗਿਆ। ਫਿਰ ਸਤਿਗੁਰ ਕੁਛ ਖੇਦ ਨਾ ਪਾਏ। ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਪਰ ਮਹਾਰਾਜ ਅਖੇਦ ਨੇ, ਖੇਦ ਕੋਈ ਨਹੀਂ, ਕਸ਼ਟ ਕੋਈ ਨਹੀਂ। ਬੜੇ ਆਨੰਦ ਵਿੱਚ ਲਪਟਾਂ ਛੱਡਦੀ ਹੋਈ ਰੇਤ ਦੇ ਉੱਪਰ ਬੈਠੇ ਹਨ। 14 ਲੋਕ ਰਚੇ ਜਿਨ ਕੇਰੇ। ਇਹ ਉਹ ਸਾਹਿਬ ਹਨ, ਉਹ ਪਾਰ ਬ੍ਰਹਮ ਪਰਮੇਸ਼ਰ ਸ਼ਕਤੀ ਜੋਤ ਹਨ, ਜਿਨ੍ਹਾਂ ਨੇ ਸਾਰੇ ਬ੍ਰਹਿਮੰਡ 14 ਲੋਕਾਂ ਦੀ, ਇਸਲਾਮ ਮੁਤਾਬਕ 14 ਲੋਕ ਨੇ, 14 ਲੋਕਾਂ ਦੀ ਭਾਵ ਸਾਰੇ ਬ੍ਰਹਿਮੰਡ ਦੀ ਜਿਨ੍ਹਾਂ ਨੇ ਰਚਨਾ ਕੀਤੀ ਹੋਈ ਹੈ। ਤੇਜ ਹੁਤਾਸਨ ਹੋਏ ਕਿਮ ਨੇਰੇ। ਉਹਨਾਂ ਦੇ ਕੋਲ ਅੱਗ ਦਾ ਸੇਕ ਕਿਵੇਂ ਆ ਸਕਦਾ ਹੈ? ਭਾਵ ਅੱਗ ਦਾ ਸੇਕ ਉਹਨਾਂ ਨੂੰ ਤਪਸ਼ ਨਹੀਂ ਦੇ ਸਕਦਾ, ਉਹਨਾਂ ਦਾ ਹਿਰਦਾ ਨਹੀਂ ਤਪ ਸਕਦਾ। ਤਪ ਤਰੇਤ ਪਰ ਨਿਸਚਲ ਬੈਸੇ। ਬੜੇ ਨਿਸ਼ਲ ਹੋ ਕੇ ਮਹਾਰਾਜ ਆਰਾਮ ਨਾਲ ਤਪਦੀ ਹੋਈ ਸੜਦੀ ਹੋਈ ਰੇਤ ਦੇ ਢੇਰ ਉੱਪਰ ਬਿਰਾਜੇ ਹੋਏ ਹਨ। ਸੁਖ ਤੇ ਮਿਰਦੂ ਆਸਨ ਪਰ ਜੈਸੇ। ਪਰ ਇਸ ਤਰ੍ਹਾਂ ਅਡੋਲ ਹਨ ਤੇ ਮੁਸਕਰਾ ਰਹੇ ਹਨ ਜਿਵੇਂ ਬੜੇ ਆਰਾਮਦਾਇਕ ਕੋਮਲ ਆਸਣ ਤੇ ਬੈਠੇ ਹੋਏ ਹੋਵਨ। ਇਤ ਉਤ ਅੰਗ ਨਹੀਂ ਡੁਲਿਅੰਤੇ। ਇੱਧਰ ਉੱਧਰ ਕੋਈ ਸਰੀਰ ਦਾ ਅੰਗ ਡੋਲਦਾ ਨਹੀਂ ਪਿਆ, ਜਿਵੇਂ ਹੱਥ ਜੋੜੇ ਹੋਏ ਹੋਵਣ, ਆਰਾਮ ਦੀ ਮੁਦਰਾ ਵਿੱਚ ਹੋਵਣ, ਇਸ ਤਰ੍ਹਾਂ ਬੈਠੇ ਹਨ। ਭਏ ਮੋਨ ਕੁਛ ਨਹੀਂ ਕਹੰਤੇ। ਤੇ ਨਾਲੇ ਜ਼ੁਬਾਨ ਤੋਂ ਵੀ ਕੋਈ ਸੀ ਕੋਈ ਉਫ ਕੁਛ ਵੀ ਨਹੀਂ ਕਹਿ ਰਹੇ, ਪੂਰਨ ਖਾਮੋਸ਼ ਹਨ। ਹਾਂਜੀ, ਕਹਿਓ ਦੁਸ਼ਟ ਪੁਨ ਕਰ ਛੇ ਲੈ ਕੇ। ਇਸ ਤਰ੍ਹਾਂ ਦੇ ਨਾਲ ਦੁਸ਼ਟ ਨੇ ਫਿਰ ਕੜਛੇ ਮੰਗਵਾਏ। ਸਮੇਂ ਦਾ ਤਕਾਜ਼ਾ ਹੈ, ਬਾਕੀ ਵਿਚਾਰ ਕੱਲ ਆਪ ਜੀ ਦੇ ਨਜ਼ਰ ਕਰਾਂਗੇ ਵੀ ਕਿਵੇਂ ਇਸ ਨੇ ਵੱਡੇ ਵੱਡੇ ਕੜਛੇ ਮੰਗਵਾਏ
ਤੇ ਉਹ ਭਰ ਭਰ ਕੇ ਮਹਾਰਾਜ ਜੀ ਦੇ ਸਰੀਰ ਤੇ ਸੀਸ ਤੇ ਪਾਏ। ਇਹ ਸਾਰੀ ਕਥਾ ਕੱਲ ਆਪ ਜੀ ਦੇ ਨਜ਼ਰ ਕਰਾਂਗੇ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਗੁਰੂ ਪਿਤਾ ਸਭ ਦੀਆਂ ਹਾਜ਼ਰੀਆਂ ਆਪਣੇ ਸ੍ਰੀ ਚਰਨ ਕਮਲਾਂ ਵਿੱਚ, ਪਟਨਾ ਗੁਰੂ ਕਾ ਘਰ ਹੈ, ਪ੍ਰਵਾਨ ਕਰਨ ਤੇ ਮਹਾਰਾਜ ਨੂੰ ਅਰਦਾਸ ਕਰੀਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ। ਇਸ ਕਰੋਨਾ ਦੀ ਮਹਾਮਾਰੀ ਵਿੱਚ ਤਖਤ ਪਟਨਾ ਸਾਹਿਬ ਵੱਲੋਂ ਬਹੁਤ ਦੁਖੀਆਂ ਤੇ ਲੋੜਵੰਦਾਂ ਦੀ ਵੱਡੇ ਪੱਧਰ ਤੇ ਸਹਾਇਤਾ ਕੀਤੀ ਜਾ ਰਹੀ, ਔਰ ਇਸ ਸਹਾਇਤਾ ਵਿੱਚ ਆਪ ਸਾਰੇ ਸ਼ਾਮਲ ਹੋ, ਜਿਹੜੇ ਆਪਣੀ ਮਾਇਆ ਭੇਜ ਕੇ ਤੇ ਮਹਾਰਾਜ ਜੀ ਦੇ ਦਰ ਦੇ ਇਸ ਖਜ਼ਾਨੇ ਵਿੱਚ ਪਾ ਰਹੇ। ਇਹ ਅਨੰਤ ਗੁਣਾ ਵਧਣ ਵਾਲੀ ਹੈ। ਇਹ ਨਾ ਸਮਝਣਾ ਵੀ ਦੇ ਰਹੇ ਆ, ਨਹੀਂ, ਜਿੰਨਾ ਦੇ ਰਹੇ ਉਸ ਤੋਂ ਅਨੇਕਾਂ ਗੁਣਾ ਜ਼ਿਆਦਾ ਮਿਲਣ ਵਾਲੀ, ਬਰਕਤਾਂ ਨਾਲ ਝੋਲੀਆਂ ਭਰਨ ਵਾਲੀ। ਮਹਾਰਾਜ ਜੀ ਦੇ ਬੋਲ ਨੇ, ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਫਿਰ ਹੋਵੇਗਾ ਕਿ ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆ। ਜਿਤਨਾ ਕੋਈ ਹਿੱਸਾ ਆਪਣਾ ਪਾ ਲਏਗਾ, ਉਤਨਾ ਮਹਾਰਾਜ ਉਹਦੇ ਜੀਵਨ ਨੂੰ ਬਰਕਤਾਂ ਨਾਲ ਭਰ ਦੇਣ। ਪਰ ਇਹ ਕੰਮ ਥੋੜ੍ਹਾ ਹੈ ਔਖਾ, ਸੌਖਾ ਨਹੀਂ। ਮੈਂ ਕਈ ਵਾਰੀ ਸੋਚਦਾ ਵੀ ਜਿਹੜੇ ਦਰਜੀ ਨੇ ਸਭ ਤੋਂ ਪਹਿਲਾਂ ਜੇਬ ਲਾਈ ਹੋਵੇਗੀ ਨਾ, ਇਹ ਦਿਲ ਦੇ ਉੱਤੇ ਲਾ ਦਿੱਤੀ ਹੈ, ਬੜਾ ਸ਼ਾਤਰ ਰਿਹਾ ਹੋਵੇਗਾ। ਕਿਉਂਕਿ ਇਹ ਕੁਝ ਜੇਬ 'ਚ ਪੈ ਜਾਏ ਤੇ ਦਿਲ ਖੁਸ਼ ਹੁੰਦਾ, ਤੇ ਜੇ ਜੇਬ 'ਚੋਂ ਕੁਝ ਨਿਕਲਣ ਲੱਗੇ ਤੇ ਜੇਬ ਵਿੱਚ ਹੱਥ ਨਹੀਂ ਪੈਂਦਾ, ਸਿੱਧਾ ਕਲੇਜੇ ਨੂੰ ਹੀ ਪੈ ਜਾਂਦਾ, ਕਲੇਜਾ ਕੰਬਣ ਲੱਗ ਪੈਂਦਾ ਬਈ ਹਾਏ ਕੀ ਬਣਨ ਲੱਗਾ। ਪਰ ਗੁਰਸਿੱਖ, ਜਿਹੜੇ ਗੁਰਸਿੱਖ ਨੇ, ਉਹ ਮਹਾਰਾਜ ਦੇ ਚਰਨਾਂ 'ਚ ਆਪਣਾ ਤਨ, ਆਪਣਾ ਜੀਵਨ, ਆਪਣੇ ਪ੍ਰਾਣ, ਆਪਣਾ ਮਨ ਗੁਰੂ ਚਰਨਾਂ 'ਚ ਭੇਟਾ ਕਰ ਦਿੰਦੇ। ਇਸ ਲਈ ਇਹ ਸਮਾਂ ਬਿਪਤਾ ਦਾ ਹੈ, ਮਨੁੱਖਤਾ ਤੇ ਬਿਪਤਾ ਦਾ ਸਮਾਂ ਹੈ। ਇਸ ਵੇਲੇ ਤੁਹਾਡੀ ਫਿਰਾਕ ਦਿਲੀ ਦੀ ਜ਼ਿਆਦਾ ਜਿਹੜੀ ਹੈਗੀ ਲੋੜ ਹੈਗੀ ਹੈ, ਵੱਧ ਤੋਂ ਵੱਧ ਆਪਣੀ ਮਾਇਆ ਭੇਜੋ। ਔਨਲਾਈਨ ਸਾਰੇ ਅਕਾਊਂਟ ਆਪ ਟੀਵੀ ਤੋਂ ਪ੍ਰਾਪਤ ਕਰ ਸਕਦੇ ਹੋ, ਔਰ ਉਹਨਾਂ ਦੀ ਫਿਰ ਜੋ ਬੈਂਕ ਦੀ ਰਿਸਿਪਟ ਆਦਿਕ ਹੈ, ਸਕਰੀਨ ਸ਼ਾਟ ਹੈ, ਉਹ ਭੇਜ ਦਿਓ ਤਾਂ ਕਿ ਪਤਾ ਚੱਲ ਜਾਏ ਕਿ ਤੁਹਾਡੀ ਮਾਇਆ ਪਹੁੰਚ ਗਈ, ਮਹਾਰਾਜ ਦੇ ਖਜ਼ਾਨਿਆਂ ਵਿੱਚ ਆ ਗਈ। ਸਤਿਗੁਰੂ ਮਿਹਰਾਂ ਕਰ ਦੇਵਣ। ਆਓ ਸਾਰੇ ਮਿਲ ਕੇ 2 ਮਿੰਟ ਮਹਾ ਮੰਤਰ, ਇਹ ਮੰਤਰ ਐਸਾ ਹੈ ਸਭ ਕੁਝ ਇਹਦੇ ਨਾਲ ਮਿਲ ਜਾਂਦਾ ਹੈ। ਇਹ ਕਰਕੇ ਦੇਖੋ, ਕੁਝ ਦੇਣੀ ਕਰੋ, ਪਤਾ ਲੱਗ ਜਾਏ। ਕਹੋ ਨਾਨਕ ਜਿਸ ਠਾਕੁਰ ਪਾਇਆ, ਸਭ ਕੁਛ ਤਿਸਕੇ ਗ੍ਰਹਿ ਮੈਂ ਆਇਆ। ਇਸ ਲਈ ਜਿਤਨੇ ਦੂਰ ਦਰਾਜ਼ ਤੱਕ ਹਾਜ਼ਰੀਆਂ ਭਰ ਰਹੇ, ਆਓ ਮਿਲ ਕੇ ਜਪੀਏ। ਇੱਕ ਪਾਸੇ ਆਪ ਸਾਰੇ, ਇੱਕ ਪਾਸੇ ਤੁਹਾਡਾ ਦਾਸ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।